ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਤਿਥੈ ਜੋਧਵਾ ਬਲਸੂਰ, ਤਿਨ ਮੈਂ ਰਾਮ ਰਹਾ ਭਰਪੂਰ। ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ रूप न कथने जाहे। ना हो मरे न ठाके जाहे, जिनकै राम वसै मन माहे। तिथै भगत वसे केलो, करे आनंद सच्चा मन सोए। सचखंड वसै निरंकार, कर कर वेखै नदर निहाल। तिथै खंड मंडल वर पंड, जे को कथै ता अंत ना अंत। तिथै लो लो आकार, जिव जिव हुकम तिवै तिवकार। वेखै विगसै कर विचार, नानक ਕਥਨਾ ਕਰੜਾ ਸਾਰ। ਗੁਰੂ ਸਵਾਰੇ, ਗੁਰੂ ਦੁਲਾਰੇ ਸਤਸੰਗੀ ਜਨੋ, ਬੜੇ ਪਿਆਰ ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 37 ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਸੰਗਤ ਜੀ, ਇਸ ਪੌੜੀ 'ਚ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ 2 ਖੰਡਾਂ ਦਾ ਬਹੁਤ ਸੁੰਦਰ ਚਿਤਰਣ ਕੀਤਾ ਹੈ, ਕਰਮਖੰਡ ਅਤੇ ਸੱਚਖੰਡ ਦਾ। ਕਰਮਖੰਡ ਬਖਸ਼ਿਸ਼ ਦਾ ਖੰਡ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦਿਓ ਜਿਉ ਕੁਰਬਾਨਾ। ਸਾਹਿਬ ਕਹਿੰਦੇ ਹਨ, ਕੋਸ਼ਿਸ਼ ਕਰ ਤੇਰੇ ਤੇ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ। ਉਹ ਰਹਿਮਤ ਦਾ ਖਜ਼ਾਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ, ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਪਰਮਾਤਮਾ ਮਨੁੱਖ ਦੀ ਗਲਤੀ, ਮਨੁੱਖ ਦੇ ਪਾਪ ਦੇਖਦਾ ਹੈ, ਪਰ ਦਾਤ ਦੇਣਾ ਬੰਦ ਨਹੀਂ ਕਰਦਾ। ਇਤਨੀ ਮਹਾਨ ਉਸ ਦੀ ਬਖਸ਼ਿਸ਼ ਹੈ। ਉਹ ਸਭ ਕੁਝ ਜਾਣਦਾ ਹੋਇਆ ਵੀ ਝੋਲੀ ਭਰੀ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਸਾਹਿਬ ਕਹਿੰਦੇ ਹਨ, ਪਰਮਾਤਮਾ ਦਾ ਸੁਭਾਅ ਹੈ ਬਖਸ਼ਿਸ਼ ਵੰਡਣਾ, ਪਰ ਕੋਈ ਮਨੁੱਖ ਆਪਣੀਆਂ ਅੱਖਾਂ ਬੰਦ ਕਰ ਲਵੇ ਤਾਂ ਸੂਰਜ ਦੀ ਰੋਸ਼ਨੀ ਤੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ। ਠੀਕ ਇਸੇ ਤਰ੍ਹਾਂ ਕੋਈ ਮਨੁੱਖ ਚਿੰਤਨ ਹੀ ਨਾ ਕਰੇ ਤਾਂ ਉਹ ਮਨੁੱਖ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ। ਧਾਰਮਿਕ ਸਾਧਨਾ ਇਸ ਵਾਸਤੇ ਹੈ ਕਿ ਮਨੁੱਖ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਏ। ਸਾਹਿਬ ਕਹਿੰਦੇ ਹਨ ਕਿ ਇਹ ਜੋ ਕਰਮਖੰਡ ਹੈ, ਬਖਸ਼ਿਸ਼ ਦਾ ਖੰਡ ਹੈ, ਇੱਥੋਂ ਦੀ ਅਵਸਥਾ ਜ਼ੋਰ ਵਾਲੀ ਹੈ। ਜਿੱਥੇ ਤੀਜੀ ਅਵਸਥਾ ਬਹੁਤ ਸੁੰਦਰ ਕਹੀ ਹੈ, ਉੱਥੇ ਇਹ ਚੌਥੀ ਅਵਸਥਾ ਬਹੁਤ ਜ਼ੋਰ ਵਾਲੀ ਹੈ। ਇੱਥੇ ਪਹੁੰਚੇ ਹੋਏ ਮਨੁੱਖ ਕੋਲ ਬਹੁਤ ਸ਼ਕਤੀ ਆ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਸਾਹਿਬ ਕਹਿੰਦੇ ਹਨ, ਕਰਮਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਵਿੱਚ ਅਤੇ ਪਰਮਾਤਮਾ ਉਸ ਵਿੱਚ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਉਸ ਵਿੱਚ ਆ ਜਾਂਦੇ ਹਨ। ਹੁਣ ਪ੍ਰਭੂ ਦੀ ਸ਼ਕਤੀ ਇਸ ਬ੍ਰਹਮ ਗਿਆਨੀ ਦੀ ਹੀ ਸ਼ਕਤੀ ਹੋ ਗਈ। ਬ੍ਰਹਮ ਗਿਆਨੀ ਸਗਲ ਸ੍ਰਿਸ਼ਟ ਕਾ ਕਰਤਾ, ਅਰਥਾਤ ਜੋ ਪਰਮਾਤਮਾ ਕਰ ਰਿਹਾ ਹੈ ਉਹੀ ਕੰਮ ਬ੍ਰਹਮ ਗਿਆਨੀ ਵੀ ਕਰ ਸਕਦਾ ਹੈ। ਉੱਥੇ ਹੋਰ ਨਾ ਕੋਈ ਹੋਰ। ਇਸ ਅਵਸਥਾ ਵਿੱਚ ਕੌਣ ਪਹੁੰਚਦੇ ਹਨ? ਤਿਥੈ ਜੋਧ ਮਹਾਬਲਸੂਰ, ਤਿਨ ਮੈਂ ਰਾਮ ਰਹਾ ਭਰਪੂਰ। ਇਸ ਕਰਮਖੰਡ ਵਿੱਚ ਪਹੁੰਚਦੇ ਨੇ ਮਹਾਬਲੀ ਸੂਰਮੇ, ਕਰਨੀ ਦੇ ਸੂਰਮੇ, ਸਾਧਨਾ ਦੇ ਸੂਰਮੇ, ਜਿਨ੍ਹਾਂ ਦਾ ਆਪਣੇ ਮਨ ਨਾਲ ਝਗੜਾ ਹੁੰਦਾ ਹੈ। ਪਰ ਜਿਹੜਾ ਆਪਣੀ ਸੋਚਣ ਸ਼ਕਤੀ ਨਾਲ ਝਗੜਾ ਨਹੀਂ ਕਰਦਾ, ਉਹ ਸੰਸਾਰ ਨਾਲ ਝਗੜਾ ਕਰਦਾ ਹੈ। ਇੱਕ ਅਦੁੱਤੀ ਘਟਨਾ ਘਟਦੀ ਹੈ, ਜਦ ਬੰਦਾ ਆਪਣੇ ਆਪ ਨਾਲ ਲੜਦਾ ਹੈ ਤਾਂ ਉਸ ਨੂੰ ਭਰਪੂਰ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਪਰ ਮਨੁੱਖ ਸੰਸਾਰ ਨਾਲ ਲੜਦਾ ਹੈ ਤਾਂ ਇਸ ਦੀ ਸ਼ਕਤੀ क्षीण हो जाती है।
लड़ते भगत जन भी ने, लड़ते राजनीतिक लोग भी ने। सर्व लोक ग्रंथ विच पावन पंक्ति है, खालसा सो जो करै नित जंग, खालसा जो सो जो चढ़े तुरंग। खालसा वो है जो विचारां दे घोड़े ते असवार होवे है, और खालसा वो है जो अपने आप नाल लड़े। राजनीतिक जगत नूं जित के राजा बनता है, संत अपने मन नूं जित के राजा बनता है। जो अपने आप नूं जित लेंदे हन, वो सिवाय परमात्मा दे हुक्म तो किसी दे हुक्म विच नहीं चलते। भगत अंदर भी बादशाह है, भगत बाहर भी बादशाह है। कहते हैं फकीरां नूं बाबर ने हुक्म किया, मेरा पुत्र हुमायूं बीमार है, इस दे लई तुसीं दुआ करो। संगत जी, सारे फकीरां ने दुआ की, पर हुमायूं ठीक नहीं होया। तां गुरु नानक साहब नूं बाबर ने कहा, तुसीं भी दुआ करो। पर साहब कहते हैं, ऐ बाबर, मैं तेरे हुक्म विच दुआ नहीं कर सकता। संत दी दुआ रजा विचों निकलती है। जिसने दुआ तेरे हुक्म विच कीती है, वो दुआ नहीं है, अरदास नहीं है। इस करके तेरा पुत्र ठीक नहीं होया। साहब कहने लगे, बाबर, जदों तक तेरा हुक्म है मेरे विचों दुआ नहीं निकलेगी। मेरी दुआ तो सारियां वास्ते है, तू अपने हुक्म नूं एक पासे कर। पर बाबर कहता है, नहीं, मैं जेल विच सुट देंगा। गुरु साहब कहते, कोई गल नहीं। साहब नूं जेल विच सुट दिता गया। पर जद करिश्मे देखे गुरु नानक साहब दे, तां पैरां ते टह पिया। आख्या, ऐ हिंदी फकीर, मैनू माफ़ करो अते मेरे पुत्र वास्ते दुआ करो। गुरु बाबा कहने लगे, हुण तेरी यही दुआ सुनी जाएगी, तू चिंता ना कर। कि जो अपने आप नूं जित लेंदे ने, यही सूरमे ने। साहब कहते हैं, इस अवस्था विच जो पुजे ने वही सूरमे ने। उन्हां दे रोम रोम विच आराम समाया होया है। वो राम विच ऐसे लीन ने, तिथै सीतो सीता महिमा माहे, ताके रूप ना कथने जाए। उन्होंने अपने आप नूं इस तरह प्रभु विच लीन किया है कि उन्हां दे रूप दा कथन भी कहा नहीं जा सकता। उन्हां दे रूप दा कथन किया नहीं जा सकता। उन्होंने अपने आप नूं इस तरह सी लिया है कि जितना परमात्मा सुंदर है, उतने ही वो सुंदर हो गए हैं। ना वो मरे ना ठागे जाए, जिनके राम वसै मन माहे। साहब कहते हैं, इस तरह के सूर में कदी नहीं मरदे। जगत जमदा है, मरदा है, पर ये सदैव अमर हो जाते हैं। इन्हां नूं परम जीवन मिल जाता है। नानक बद्धा घर तां, जिथे मिलत ना जन्म जरा। साहब कहते हैं, इस तरह के मनुख विकारां तो ठगे नहीं जाते। जिन्हां दे मन विच राम वसदा है, वो विकारां नूं जित जाते हैं। तिथै भगत वसै के लो, करै आनंद सच्चा मन सोए। साहब फरमाते हैं कि इस अवस्था विच कई लोगों के भगत वसते हैं। अर्थात इस कर्म खंड विच ऐसा नहीं है कि एक देश, एक समुदाय, एक प्रांत दे ही भगत वसते होण। नहीं, इस अवस्था विच कई देशों के, कई समुदायों के भगत वसते हैं। मन विच परमात्मा की सच्ची शोभा हुंदी है। इस वास्ते परम आनंद नूं प्राप्त करके खेड़ा माणदे हैं। आनंद पाया, सुख पाया, मिल गुरु गोविंदा। सचखंड वसे निरंकार, कर कर वेखै नदर निहाल। साहब फरमाते हैं, अध्यात्मक मंडल की 5वीं अवस्था सचखंड है। जो सच है वो परमात्मा है, जो परमात्मा है वो सच है। इस अवस्था विच पहुँच के मनुख प्रभु विच लीन हो जाता है। सच की है निरंकार, निरंकार की है
चक्र चिहन अर बरन जात अर पात नहन जे। ਸਾਧਨਾ ਕਰਦਿਆਂ ਕਰਦਿਆਂ ਜਿਸ ਦੀ ਸੁਰਤ ਪੰਜਵੇਂ ਖੰਡ ਵਿੱਚ ਪਹੁੰਚਦੀ ਹੈ, ਉੱਥੇ ਉਸ ਨੂੰ ਗਿਆਤ ਹੋ ਜਾਂਦਾ ਹੈ ਕਿ ਉਹ ਪ੍ਰਭੂ ਸਾਰਿਆਂ ਨੂੰ ਆਪਣੀ ਬਖਸ਼ਿਸ਼ ਦੁਆਰਾ ਨਿਹਾਲ ਕਰ ਰਿਹਾ ਹੈ। ਤਿੱਥ ਹੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ। ਸਾਹਿਬ ਫਰਮਾਉਂਦੇ ਹਨ ਕਿ ਇਸ ਅਵਸਥਾ ਵਿੱਚ ਉਸ ਮਨੁੱਖ ਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਅਨੇਕਾਂ ਹੀ ਖੰਡ ਨੇ, ਅਨੇਕਾਂ ਹੀ ਬ੍ਰਹਮੰਡ ਨੇ, ਔਰ ਇਹਨਾਂ ਵਿੱਚ ਭਗਤ ਨੇ ਅਤੇ ਭਗਤਾਂ ਵਿੱਚ ਪ੍ਰਭੂ ਹੈ। ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਰੇ ਪਾਸੇ ਵਿਆਪਕ ਹੈ। ਇਸ ਅਵਸਥਾ ਦਾ ਕੋਈ ਕਥਨ ਕਰੇ ਤਾਂ ਉਸ ਦੀ ਰਸਨਾ ਤੋਂ ਨਿਕਲੇਗਾ ਕਿ ਉਸ ਦਾ ਕੋਈ ਅੰਤ ਨਹੀਂ, ਉਹ ਸਦਾ ਬੇਅੰਤ ਹੈ। ਤਿੱਥ ਹੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਸੱਚਖੰਡ ਵਿੱਚ ਪਹੁੰਚ ਕੇ ਮਨੁੱਖ ਨੂੰ ਗਿਆਤ ਹੋ ਜਾਂਦਾ ਹੈ ਕਿ ਜੀਵਨ ਕਈ ਤਰ੍ਹਾਂ ਦਾ ਹੈ, ਕਈ ਤਰ੍ਹਾਂ ਦੇ ਆਕਾਰ ਨੇ, ਅਨੇਕਾਂ ਜੀਵ ਨੇ। ਇਸ ਸਭ ਕੁਛ ਨੂੰ ਉਹ ਦੇਖਣਾ ਸ਼ੁਰੂ ਕਰ ਦਿੰਦਾ ਹੈ। ਫਿਰ ਮਨੁੱਖ ਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਇਹ ਸਾਰਾ ਕੁਛ ਹੁਕਮ ਦੇ ਅਨੁਸਾਰ ਹੀ ਹੋ ਰਿਹਾ ਹੈ। ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਹਰ। ਸਾਰਿਆਂ ਨੂੰ ਦੇਖ ਕੇ, ਸਾਰਿਆਂ ਦੀ ਵਿਚਾਰ ਕਰਕੇ ਪ੍ਰਭੂ ਖੇੜੇ ਵਿੱਚ ਆਉਂਦਾ ਹੈ। ਇਹ ਸਭ ਕੁਛ ਦਾ ਵਰਣਨ ਕਰਨਾ ਅਥਵਾ ਉਸ ਪ੍ਰਭੂ ਦੇ ਸੰਬੰਧ ਵਿੱਚ ਕੁਝ ਕਹਿਣਾ ਲੋਹੇ ਦੇ ਚਨੇ ਚਬਾਉਣ ਵਰਗਾ ਹੈ। ਜਦ ਵੀ ਕੋਈ ਮਨੁੱਖ ਸੱਚਖੰਡ ਵਿੱਚ ਪਹੁੰਚਿਆ ਹੈ, ਉਸਨੇ ਇਹੀ ਕਿਹਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧਵਾ ਬਲਸੂਰ, ਤਿਨ ਮੈਂ ਰਾਮ ਰਹਾ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਹੋ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੇ ਕੇਲੋ, ਕਰੈ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਗੁਰੂ ਸਵਾਰੇ, ਗੁਰੂ ਦੁਲਾਰੇ ਸਤਸੰਗੀ ਜਨੋ, ਬੜੇ ਪਿਆਰ ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 37 ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਸੰਗਤ ਜੀ, ਇਸ ਪੌੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ 2 ਖੰਡਾਂ ਦਾ ਬਹੁਤ ਸੁੰਦਰ ਚਿਤਰਣ ਕੀਤਾ ਹੈ, ਕਰਮਖੰਡ ਅਤੇ ਸੱਚਖੰਡ ਦਾ। ਕਰਮਖੰਡ ਬਖਸ਼ਿਸ਼ ਦਾ ਖੰਡ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦਿਓ ਜੀਓ ਕੁਰਬਾਨਾ। ਸਾਹਿਬ ਕਹਿੰਦੇ ਹਨ, ਕੋਸ਼ਿਸ਼ ਕਰ ਤੇਰੇ ਤੇ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ। ਉਹ ਰਹਿਮਤ ਦਾ ਖਜ਼ਾਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ, ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਪਰਮਾਤਮਾ ਮਨੁੱਖ ਦੀ ਗਲਤੀ, ਮਨੁੱਖ ਦੇ ਪਾਪ ਦੇਖਦਾ ਹੈ, ਪਰ ਦਾਤ ਦੇਣਾ ਬੰਦ ਨਹੀਂ ਕਰਦਾ। ਇਤਨੀ ਮਹਾਨ ਉਸ ਦੀ ਬਖਸ਼ਿਸ਼ ਹੈ। ਉਹ ਸਭ ਕੁਝ ਜਾਣਦਾ ਹੋਇਆ ਵੀ ਝੋਲੀ ਭਰੀ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ।
ਸਾਹਿਬ ਕਹਿੰਦੇ ਹਨ, ਪਰਮਾਤਮਾ ਦਾ ਸੁਭਾਅ ਹੈ ਬਖਸ਼ਿਸ਼ ਵੰਡਣਾ, ਪਰ ਕੋਈ ਮਨੁੱਖ ਆਪਣੀਆਂ ਅੱਖਾਂ ਬੰਦ ਕਰ ਲਵੇ ਤਾਂ ਸੂਰਜ ਦੀ ਰੋਸ਼ਨੀ ਤੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ। ਠੀਕ ਇਸੇ ਤਰ੍ਹਾਂ ਕੋਈ ਮਨੁੱਖ ਚਿੰਤਨ ਹੀ ਨਾ ਕਰੇ ਤਾਂ ਉਹ ਮਨੁੱਖ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ। ਧਾਰਮਿਕ ਸਾਧਨਾ ਇਸ ਵਾਸਤੇ ਹੈ ਕਿ ਮਨੁੱਖ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਏ। ਸਾਹਿਬ ਕਹਿੰਦੇ ਹਨ ਕਿ ਇਹ ਜੋ ਕਰਮ ਖੰਡ ਹੈ, ਬਖਸ਼ਿਸ਼ ਦਾ ਖੰਡ ਹੈ, ਇੱਥੋਂ ਦੀ ਅਵਸਥਾ ਜ਼ੋਰ ਵਾਲੀ ਹੈ। ਜਿੱਥੇ ਤੀਜੀ ਅਵਸਥਾ ਬਹੁਤ ਸੁੰਦਰ ਕਹੀ ਹੈ, ਉੱਥੇ ਇਹ ਚੌਥੀ ਅਵਸਥਾ ਬਹੁਤ ਜ਼ੋਰ ਵਾਲੀ ਹੈ। ਇੱਥੇ ਪਹੁੰਚੇ ਹੋਏ ਮਨੁੱਖ ਕੋਲ ਬਹੁਤ ਸ਼ਕਤੀ ਆ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਸਾਹਿਬ ਕਹਿੰਦੇ ਹਨ, ਕਰਮ ਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਵਿੱਚ ਅਤੇ ਪਰਮਾਤਮਾ ਉਸ ਵਿੱਚ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਉਸ ਵਿੱਚ ਆ ਜਾਂਦੇ ਹਨ। ਹੁਣ ਪ੍ਰਭੂ ਦੀ ਸ਼ਕਤੀ ਇਸ ਬ੍ਰਹਮ ਗਿਆਨੀ ਦੀ ਹੀ ਸ਼ਕਤੀ ਹੋ ਗਈ। ब्रह्म ज्ञानी सगल श्रेष्ठ का करता, अर्थात जो परमात्मा कर रहा है वही काम ब्रह्म ज्ञानी भी कर सकता है। उत्थे होर ना कोई होर। इस अवस्था विच कौन पहुँचते हैं? तिथ है जोध महाबलसूर, तिन मैं राम रहा भरपूर। इस कर्म खंड विच पहुँचते ने महाबली सूर में, करनी दे सूर में, साधना दे सूर में, जिन्हां दा अपने मन नाल झगड़ा हुंदा है। पर जिहड़ा अपनी सोचण शक्ति नाल झगड़ा नहीं करता, वो संसार नाल झगड़ा करता है। एक अद्वितीय घटना घटती है जब बंदा अपने आप नाल लड़दा है तो उसनूं भरपूर शक्तियां प्राप्त हो जांदियां हन। पर मनुख संसार नाल लड़दा है तो इसकी शक्ति क्षीण हो जाती है। लड़ते भगत जन भी ने, लड़ते राजनीतिक लोग भी ने। सर्व लोक ग्रंथ विच पावन पंक्ति है, खालसा सो जो करै नित जंग, खालसा जो सो जो चढ़े तुरंग। खालसा वो है जो विचारां दे घोड़े ते असवार होवे है, और खालसा वो है जो अपने आप नाल लड़े, राजनीतिक जगत नूं जित के राजा बनता है। संत अपने मन नूं जित के राजा बनता है। जो अपने आप नूं जित लेंदे हन वो सिवाय परमात्मा दे हुक्म तो किसी दे हुक्म विच नहीं चलते। भगत अंदर भी बादशाह है, भगत बाहर भी बादशाह है। कहते हैं फकीरां नूं बाबर ने हुक्म किया, मेरा पुत्र हुमायूं बीमार है, इसदे लई तुसीं दुआ करो। संगत जी सारे फकीरां ने दुआ की, पर हुमायूं ठीक नहीं होया। तो गुरु नानक साहब नूं बाबर ने कहा, तुसीं भी दुआ करो। पर साहब कहते हैं, ऐ बाबर, मैं तेरे हुक्म विच दुआ नहीं कर सकता। संत दी दुआ रजा विचों निकलती है। जिसने दुआ तेरे हुक्म विच कीती है वो दुआ नहीं है, अरदास नहीं है। इस करके तेरा पुत्र ठीक नहीं होया। साहब कहने लगे, बाबर, जदों तक तेरा हुक्म है मेरे विचों दुआ नहीं निकलेगी। मेरी दुआ तो सारियां वास्ते है, तू अपने हुक्म नूं एक पासे कर। पर बाबर कहता है, नहीं, मैं जेल विच सुट देंगा। गुरु साहब कहते, कोई गल नहीं। साहब नूं जेल विच सुट दिता गया। पर जब करिश्मे देखे गुरु नानक साहब दे तां पैरां ते टह पिया। आख्या, ऐ हिंदी फकीर, मैनू माफ़ करो अते मेरे पुत्र वास्ते दुआ करो। गुरु बाबा कहने लगे, हुण तेरी यही दुआ सुनी जाएगी, तू चिंता ना कर। कि जो अपने आप नूं जित लेंदे ने यही सूरमे ने। साहब कहते हैं, इस अवस्था विच जो पुजे ने वही सूरमे ने, उन्हां दे रोम रोम विच राम समाया होया है। वो राम विच ऐसे लीन ने, तिथ है सीतो सीता महिमा माहे, ताके रूप ना कथने जाए।
ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਭੂ ਵਿੱਚ ਲੀਨ ਕੀਤਾ ਹੈ ਕਿ ਉਹਨਾਂ ਦੇ ਰੂਪ ਦਾ ਕਥਨ ਵੀ ਕਿਹਾ ਨਹੀਂ ਜਾ ਸਕਦਾ। ਉਹਨਾਂ ਦੇ ਰੂਪ ਦਾ ਕਥਨ ਕੀਤਾ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸੀ ਲਿਆ ਹੈ कि जितना परमात्मा सुंदर है उतने ही वो सुंदर हो गए हैं। ना वो मरे ना ठाके जाएं जिनके राम वसै मन माहे। साहब कहते हैं इस तरह के सूर में कदी नहीं मरदे। जगत जमदा है मरदा है पर ये सदैव अमर हो जाते हैं। इन्हों परम जीवन मिल जाता है। नानक बद्धा घर तां जिथे मिलत ना जन्म जरा। साहब कहते हैं इस तरह के मनुख विकारां तो ठगे नहीं जाते। जिन्हां दे मन विच राम वसदा है वो विकारां नूं जित जाते हैं। तिथै भगत वसै के लो करै आनंद सच्चा मन सोए। साहब फरमाते हैं कि इस अवस्था विच कई लोगों के भगत वसते हैं। अर्थात इस कर्म खंड विच ऐसा नहीं है कि एक देश एक समुदाय एक प्रांत दे ही भगत वसते होण। नहीं, इस अवस्था विच कई देशों के कई समुदायों के भगत वसते हैं। मन विच परमात्मा की सच्ची शोभा हुंदी है। इस वास्ते परम आनंद को प्राप्त करके खेड़ा माणते हैं। आनंद पाया सुख पाया मिल गुरु गोविंदा। सचखंड वसे निरंकार कर कर वेखै नदर निहाल। साहब फरमाते हैं आध्यात्मिक मंडल की 5वीं अवस्था सचखंड है। जो सच है वो परमात्मा है। जो परमात्मा है वो सच है। इस अवस्था विच पहुँच के मनुख प्रभु विच लीन हो जाता है। सच की है निरंकार। निरंकार की है चक्र चेहन अरबन जात अरपात नहन जे। साधना करदियां करदियां जिसकी सुरत 5वें खंड विच पहुँचती है उथे उसनूं ज्ञात हो जाता है कि वो प्रभु सारियां नूं अपनी बख्शिश द्वारा निहाल कर रहा है। तिथै खंड मंडल वर पंड जे को कथै ता अंत ना अंत। साहिब फरमाते हैं कि इस अवस्था विच उस मनुख नूं ऐसा महसूस होता है कि अनेकां ही खंड ने अनेकां ही ब्रह्मंड ने और इन्हां विच भगत ने ते भगतां विच प्रभु है। परमात्मा की कृपा दृष्टि सारे पासे व्यापक है। इस अवस्था का कोई कथन करे तो उसकी रचना तो निकलेगा कि उसका कोई अंत नहीं, वो सदा बेअंत है। तिथै लो लो आकार जिव जिव हुकम तिवै तिवकार। सचखंड विच पहुँच के मनुख नूं ज्ञात हो जाता है कि जीवन कई तरह का है। कई तरह के आकार ने अनेकां जीव ने। इस सब कुछ नूं वो देखना शुरू कर देता है। फिर मनुख नूं ऐसा महसूस होता है कि ये सारा कुछ हुक्म के अनुसार ही हो रहा है। वेखै विकसै कर विचार नानक कथना करड़ा साहब। सारियां नूं देख के सारियां दी विचार करके प्रभु खेड़े विच आउंदा है। ये सब कुछ का वर्णन करना अथवा उस प्रभु के संबंध विच कुछ कहना लोहे दे चने चबाउण वर्गा है। जब भी कोई मनुख सचखंड विच पहुँचा है उसने यही कहा है कहो कबीर गूंगे गुड़ खाया पूछे ते क्या कहिए। वाहिगुरु जी का खालसा वाहिगुरु जी की फतेह। करम खंड की बाणी जोर तिथै होर ना कोई होर। तिथै जोधवा बलसूर तिनमें राम रहा भरपूर। तिथै सीतो सीता मैं मामा है ताके
रूप न कथने जाहे, ना हो मरे न ठाके जाहे। जिनकै राम वसै मन माहे, तिथै भगत वसे केलो। करे आनंद सच्चा मन सोए, सचखंड वसै निरंकार। कर कर वेखै नदर निहाल, तिथै खंड मंडल वर पंड। जे को कथै ता अंत ना अंत, तिथै लो लो आकार। जिव जिव हुकम तिवै तिवकार, वेखै विगसै कर विचार। नानक कथना करड़ा सार। गुरु सवारे, गुरु दुलारे सत्संगी जनों, बड़े प्यार ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 37 ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਸੰਗਤ ਜੀ, ਇਸ ਪੌੜੀ 'ਚ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ 2 ਖੰਡਾਂ ਦਾ ਬਹੁਤ ਸੁੰਦਰ ਚਿਤਰਣ ਕੀਤਾ ਹੈ, ਕਰਮਖੰਡ ਅਤੇ ਸੱਚਖੰਡ ਦਾ। ਕਰਮਖੰਡ ਬਖਸ਼ਿਸ਼ ਦਾ ਖੰਡ ਹੈ। ਕਰੋ ਯਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦਿਓ ਜਿਉ ਕੁਰਬਾਨਾ। ਸਾਹਿਬ ਕਹਿੰਦੇ ਹਨ, ਕੋਸ਼ਿਸ਼ ਕਰ ਤੇਰੇ ਤੇ ਰਹਿਮਤ ਹੋ ਜਾਏ, ਬਖਸ਼ਿਸ਼ ਹੋ ਜਾਏ। ਉਹ ਰਹਿਮਤ ਦਾ ਖਜ਼ਾਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ, ਦੁੱਖ ਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਪਰਮਾਤਮਾ ਮਨੁੱਖ ਦੀ ਗਲਤੀ, ਮਨੁੱਖ ਦੇ ਪਾਪ ਦੇਖਦਾ ਹੈ, ਪਰ ਦਾਤ ਦੇਣਾ ਬੰਦ ਨਹੀਂ ਕਰਦਾ। ਇਤਨੀ ਮਹਾਨ ਉਸ ਦੀ ਬਖਸ਼ਿਸ਼ ਹੈ। ਉਹ ਸਭ ਕੁਝ ਜਾਣਦਾ ਹੋਇਆ ਵੀ ਝੋਲੀ ਭਰੀ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਸਾਹਿਬ ਕਹਿੰਦੇ ਹਨ, ਪਰਮਾਤਮਾ ਦਾ ਸੁਭਾਅ ਹੈ ਬਖਸ਼ਿਸ਼ ਵੰਡਣਾ, ਪਰ ਕੋਈ ਮਨੁੱਖ ਆਪਣੀਆਂ ਅੱਖਾਂ ਬੰਦ ਕਰ ਲਵੇ ਤਾਂ ਸੂਰਜ ਦੀ ਰੋਸ਼ਨੀ ਤੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ। ਠੀਕ ਇਸੇ ਤਰ੍ਹਾਂ ਕੋਈ ਮਨੁੱਖ ਚਿੰਤਨ ਹੀ ਨਾ ਕਰੇ ਤਾਂ ਉਹ ਮਨੁੱਖ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ। ਧਾਰਮਿਕ ਸਾਧਨਾ ਇਸ ਵਾਸਤੇ ਹੈ ਕਿ ਮਨੁੱਖ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਏ। ਸਾਹਿਬ ਕਹਿੰਦੇ ਹਨ ਕਿ ਇਹ ਜੋ ਕਰਮਖੰਡ ਹੈ, ਬਖਸ਼ਿਸ਼ ਦਾ ਖੰਡ ਹੈ, ਇੱਥੋਂ ਦੀ ਅਵਸਥਾ ਜ਼ੋਰ ਵਾਲੀ ਹੈ। ਜਿੱਥੇ ਤੀਜੀ ਅਵਸਥਾ ਬਹੁਤ ਸੁੰਦਰ ਕਹੀ ਹੈ, ਉੱਥੇ ਇਹ ਚੌਥੀ ਅਵਸਥਾ ਬਹੁਤ ਜ਼ੋਰ ਵਾਲੀ ਹੈ। ਇੱਥੇ ਪਹੁੰਚੇ ਹੋਏ ਮਨੁੱਖ ਕੋਲ ਬਹੁਤ ਸ਼ਕਤੀ ਆ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਕਰਮਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਸਾਹਿਬ ਕਹਿੰਦੇ ਹਨ, ਕਰਮਖੰਡ ਵਿੱਚ ਪਹੁੰਚਿਆ ਹੋਇਆ ਮਨੁੱਖ ਪਰਮਾਤਮਾ ਵਿੱਚ ਅਤੇ ਪਰਮਾਤਮਾ ਉਸ ਵਿੱਚ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਉਸ ਵਿੱਚ ਆ ਜਾਂਦੇ ਹਨ। ਹੁਣ ਪ੍ਰਭੂ ਦੀ ਸ਼ਕਤੀ ਇਸ ਬ੍ਰਹਮ ਗਿਆਨੀ ਦੀ ਹੀ ਸ਼ਕਤੀ ਹੋ ਗਈ। ब्रह्म ज्ञानी सगल श्रेष्ठ का करता, अर्थात जो परमात्मा कर रहा है वही काम ब्रह्म ज्ञानी भी कर सकता है। उत्थे होर ना कोई होर। इस अवस्था विच कौन पहुँचते हैं? तिथै जोध महाबलसूर, तिन मैं राम रहा भरपूर। इस कर्मखंड विच पहुँचते ने महाबली सूर में, करनी दे सूर में, साधना दे सूर में, जिन्हां दा अपने मन नाल झगड़ा हुंदा है। पर जिहड़ा अपनी सोचण शक्ति नाल झगड़ा नहीं करता, वो संसार नाल झगड़ा करता है। एक अद्वितीय घटना घटती है, जब बंदा अपने आप नाल लड़दा है तो उसनूं भरपूर शक्तियां प्राप्त हो जांदियां हन। पर मनुख संसार नाल लड़दा है तो इसकी शक्ति क्षीण हो जाती है। लड़ते भगत जन भी ने, लड़ते राजनीतिक लोग भी ने। सर्व लोक ग्रंथ विच पावन पंक्ति है, खालसा सो जो करै नित जंग, खालसा जो सो जो चढ़े तुरंग। खालसा वो है जो विचारां दे घोड़े ते असवार होवे है, और खालसा वो है
जो अपने आप नाल लड़े, राजनीतिक जगत ਨੂੰ ਜਿੱਤ ਕੇ ਰਾਜਾ ਬਣਦਾ ਹੈ। ਸੰਤ ਆਪਣੇ ਮਨ ਨੂੰ ਜਿੱਤ ਕੇ ਰਾਜਾ ਬਣਦਾ ਹੈ। ਜੋ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਉਹ ਸਿਵਾਏ ਪਰਮਾਤਮਾ ਦੇ ਹੁਕਮ ਤੋਂ ਕਿਸੇ ਦੇ ਹੁਕਮ ਵਿੱਚ ਨਹੀਂ ਚੱਲਦੇ। ਭਗਤ ਅੰਦਰ ਵੀ ਬਾਦਸ਼ਾਹ ਹੈ, ਭਗਤ ਬਾਹਰ ਵੀ ਬਾਦਸ਼ਾਹ ਹੈ। ਕਹਿੰਦੇ ਹਨ ਫਕੀਰਾਂ ਨੂੰ ਬਾਬਰ ਨੇ ਹੁਕਮ ਕੀਤਾ, ਮੇਰਾ ਪੁੱਤਰ ਹੁਮਾਯੂੰ ਬਿਮਾਰ ਹੈ, ਇਸ ਦੇ ਲਈ ਤੁਸੀਂ ਦੁਆ ਕਰੋ। ਸੰਗਤ ਜੀ, ਸਾਰੇ ਫਕੀਰਾਂ ਨੇ ਦੁਆ ਕੀਤੀ ਪਰ ਹੁਮਾਯੂੰ ਠੀਕ ਨਹੀਂ ਹੋਇਆ। ਤਾਂ ਗੁਰੂ ਨਾਨਕ ਸਾਹਿਬ ਨੂੰ ਬਾਬਰ ਨੇ ਕਿਹਾ ਤੁਸੀਂ ਵੀ ਦੁਆ ਕਰੋ। ਪਰ ਸਾਹਿਬ ਕਹਿੰਦੇ ਹਨ ਐ ਬਾਬਰ, ਮੈਂ ਤੇਰੇ ਹੁਕਮ ਵਿੱਚ ਦੁਆ ਨਹੀਂ ਕਰ ਸਕਦਾ। ਸੰਤ ਦੀ ਦੁਆ ਰਜ਼ਾ ਵਿੱਚੋਂ ਨਿਕਲਦੀ ਹੈ। ਜਿਸ ਨੇ ਦੁਆ ਤੇਰੇ ਹੁਕਮ ਵਿੱਚ ਕੀਤੀ ਹੈ ਉਹ ਦੁਆ ਨਹੀਂ ਹੈ, ਅਰਦਾਸ ਨਹੀਂ ਹੈ। ਇਸ ਕਰਕੇ ਤੇਰਾ ਪੁੱਤਰ ਠੀਕ ਨਹੀਂ ਹੋਇਆ। ਸਾਹਿਬ ਕਹਿਣ ਲੱਗੇ ਬਾਬਰ, ਜਦੋਂ ਤੱਕ ਤੇਰਾ ਹੁਕਮ ਹੈ ਮੇਰੇ ਵਿੱਚੋਂ ਦੁਆ ਨਹੀਂ ਨਿਕਲੇਗੀ। ਮੇਰੀ ਦੁਆ ਤਾਂ ਸਾਰਿਆਂ ਵਾਸਤੇ ਹੈ, ਤੂੰ ਆਪਣੇ ਹੁਕਮ ਨੂੰ ਇੱਕ ਪਾਸੇ ਕਰ। ਪਰ ਬਾਬਰ ਕਹਿੰਦਾ ਹੈ ਨਹੀਂ, ਮੈਂ ਜੇਲ੍ਹ ਵਿੱਚ ਸੁੱਟ ਦਿਆਂਗਾ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ। ਸਾਹਿਬ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਪਰ ਜਦ ਕਰਿਸ਼ਮੇ ਦੇਖੇ ਗੁਰੂ ਨਾਨਕ ਸਾਹਿਬ ਦੇ ਤਾਂ ਪੈਰਾਂ ਤੇ ਟਹਿ ਪਿਆ। ਆਖਿਆ ਐ ਹਿੰਦੀ ਫਕੀਰ, ਮੈਨੂੰ ਮਾਫ ਕਰੋ ਅਤੇ ਮੇਰੇ ਪੁੱਤਰ ਵਾਸਤੇ ਦੁਆ ਕਰੋ। ਗੁਰੂ ਬਾਬਾ ਕਹਿਣ ਲੱਗੇ ਹੁਣ ਤੇਰੀ ਇਹੀ ਦੁਆ ਸੁਣੀ ਜਾਏਗੀ, ਤੂੰ ਚਿੰਤਾ ਨਾ ਕਰ। ਕਿ ਜੋ ਆਪਣੇ ਆਪ ਨੂੰ ਜਿੱਤ ਲੈਂਦੇ ਨੇ ਇਹੀ ਸੂਰਮੇ ਨੇ। ਸਾਹਿਬ ਕਹਿੰਦੇ ਹਨ ਇਸ ਅਵਸਥਾ ਵਿੱਚ ਜੋ ਪੁੱਜੇ ਨੇ ਉਹੀ ਸੂਰਮੇ ਨੇ। ਉਹਨਾਂ ਦੇ ਰੋਮ ਰੋਮ ਵਿੱਚ ਆਰਾਮ ਸਮਾਇਆ ਹੋਇਆ ਹੈ। ਉਹ ਰਾਮ ਵਿੱਚ ਐਸੇ ਲੀਨ ਨੇ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ। ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਭੂ ਵਿੱਚ ਲੀਨ ਕੀਤਾ ਹੈ ਕਿ ਉਹਨਾਂ ਦੇ ਰੂਪ ਦਾ ਕਥਨ ਵੀ ਕਿਹਾ ਨਹੀਂ ਜਾ ਸਕਦਾ। ਉਹਨਾਂ ਦੇ ਰੂਪ ਦਾ ਕਥਨ ਕੀਤਾ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸੀ ਲਿਆ ਹੈ कि जितना परमात्मा सुंदर है उतने ही वो सुंदर हो गए हैं। ना वो मरे ना ठागे जाए जिनके राम वसै मन माहे। साहब कहते हैं इस तरह के सूर में कदी नहीं मरदे। जगत जमदा है मरदा है पर ये सदैव अमर हो जाते हैं। इन्हों परम जीवन मिल जाता है। नानक बद्धा घर तां जिथे मिरत ना जन्म जरा। साहब कहते हैं इस तरह के मनुख विकारां तो ठगे नहीं जाते। जिन्हां दे मन विच आराम वसदा है वो विकारां नूं जित जाते हैं। तिथै भगत वसै के लो करै आनंद सच्चा मन सोए। साहब फरमाते हैं कि इस अवस्था विच कई लोगों के भगत वसते हैं। अर्थात इस कर्म खंड विच ऐसा नहीं है कि एक देश एक समुदाय एक प्रांत दे ही भगत वसते होण। नहीं, इस अवस्था विच कई देशों के कई समुदायों के भगत वसते हैं। मन विच परमात्मा की सच्ची शोभा हुंदी है। इस वास्ते परम आनंद को प्राप्त करके खेड़ा माणते हैं। आनंद पाया सुख पाया मिल गुरु गोविंदा। सचखंड वसे निरंकार कर कर वेखै नदर निहाल। साहब फरमाते हैं अध्यात्मक मंडल की 5वीं अवस्था सचखंड है। जो सच है वो परमात्मा है, जो परमात्मा है वो सच है। इस अवस्था विच पहुँच के मनुख प्रभु विच लीन हो जाता है। सच की है निरंकार, निरंकार की है चक्र चेहन अरबन जात अरपात नहन जे। साधना करदियां करदियां जिसकी सुरत 5वें खंड विच पहुँचती है उथे उसनूं ज्ञात हो जाता है कि वो प्रभु सारियां नूं अपनी बख्शिश द्वारा निहाल कर रहा है। तिथ है खंड मंडल वर पंड जे को कथा ता अंत ना अंत।
ਸਾਹਿਬ ਫਰਮਾਉਂਦੇ ਹਨ ਕਿ ਇਸ ਅਵਸਥਾ ਵਿੱਚ ਉਸ ਮਨੁੱਖ ਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਅਨੇਕਾਂ ਹੀ ਖੰਡ ਨੇ, ਅਨੇਕਾਂ ਹੀ ਬ੍ਰਹਮੰਡ ਨੇ ਔਰ ਇਹਨਾਂ ਵਿੱਚ ਭਗਤ ਨੇ ਤੇ ਭਗਤਾਂ ਵਿੱਚ ਪ੍ਰਭੂ ਹੈ। ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਸਾਰੇ ਪਾਸੇ ਵਿਆਪਕ ਹੈ। ਇਸ ਅਵਸਥਾ ਦਾ ਕੋਈ ਕਥਨ ਕਰੇ ਤਾਂ ਉਸ ਦੀ ਰਸਨਾ ਤੋਂ ਨਿਕਲੇਗਾ ਕਿ ਉਸ ਦਾ ਕੋਈ ਅੰਤ ਨਹੀਂ, ਉਹ ਸਦਾ ਬੇਅੰਤ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤੇ ਵਹਿ ਤੇ ਵਕਾਰ। ਸੱਚਖੰਡ ਵਿੱਚ ਪਹੁੰਚ ਕੇ ਮਨੁੱਖ ਨੂੰ ਗਿਆਤ ਹੋ ਜਾਂਦਾ ਹੈ ਕਿ ਜੀਵਨ ਕਈ ਤਰ੍ਹਾਂ ਦਾ ਹੈ, ਕਈ ਤਰ੍ਹਾਂ ਦੇ ਆਕਾਰ ਨੇ, ਅਨੇਕਾਂ ਜੀਵ ਨੇ। ਇਸ ਸਭ ਕੁਛ ਨੂੰ ਉਹ ਦੇਖਣਾ ਸ਼ੁਰੂ ਕਰ ਦਿੰਦਾ ਹੈ। ਫਿਰ ਮਨੁੱਖ ਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਇਹ ਸਾਰਾ ਕੁਝ ਹੁਕਮ ਦੇ ਅਨੁਸਾਰ ਹੀ ਹੋ ਰਿਹਾ ਹੈ। ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਹਰ। ਸਾਰਿਆਂ ਨੂੰ ਦੇਖ ਕੇ, ਸਾਰਿਆਂ ਦੀ ਵਿਚਾਰ ਕਰਕੇ ਪ੍ਰਭੂ ਖੇੜੇ ਵਿੱਚ ਆਉਂਦਾ ਹੈ। ਇਹ ਸਭ ਕੁਝ ਦਾ ਵਰਣਨ ਕਰਨਾ ਅਥਵਾ ਉਸ ਪ੍ਰਭੂ ਦੇ ਸੰਬੰਧ ਵਿੱਚ ਕੁਝ ਕਹਿਣਾ ਲੋਹੇ ਦੇ ਚਨੇ ਚਬਾਉਣ ਵਰਗਾ ਹੈ। ਜਦ ਵੀ ਕੋਈ ਮਨੁੱਖ ਸੱਚਖੰਡ ਵਿੱਚ ਪਹੁੰਚਿਆ ਹੈ, ਉਸਨੇ ਇਹੀ ਕਿਹਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।